ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰੀ ਬਜਟ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਕਰੋਨਾ ਨੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਸੀ ਹਿਲਾ ਕੇ ਰੱਖ ਦਿੱਤੀ ਸੀ ਤੇ ਅੱਜ ਕੇਂਦਰ ਸਰਕਾਰ ਨੇ ਕਰੋਨਾ ਤੋਂ ਬਾਅਦ ਬਜਟ ਪੇਸ਼ ਕੀਤਾ ਹੈ ਤੇ ਦੂਜੇ ਪਾਸੇ ਕਿਸਾਨੀ ਸੰਘਰਸ਼ ਵੀ ਚੱਲ ਰਿਹਾ। ਇਸ ਕਰਕੇ ਹਰ ਕਿਸੇ ਦੀ ਜਿਹੜੀ ਨਜ਼ਰਾਂ ਸੀ ਕੇਂਦਰ ਸਰਕਾਰ ਦੇ ਅੱਜ ਵਾਲੇ ਬਜਟ ਤੇ ਟਿਕੀਆਂ ਹੋਈਆਂ ਸੀ। ਅਸੀਂ ਜਾਣਨਾ ਚਾਹਾਂਗੇ ਕੇਂਦਰ ਸਰਕਾਰ ਇਸ ਬਜਟ ਵਿੱਚ ਕੀ ਕੁਝ ਲੈ ਕੇ ਆਈ ਹੈ, ਕਿ ਉਹਨਾਂ ਨੇ ਖੇਤੀ, ਕਿਰਤੀ ਅਤੇ ਰੁਜ਼ਗਾਰ ਨੂੰ ਲੈ ਕੇ ਕੀ ਕੁਝ ਨਵਾਂ ਕੀਤਾ। ਅਸਲ ਦੇ ਵਿੱਚ ਇਹ ਹੈ ਕਿ ਅਰਥ ਵਿਵਸਥਾ ਤਾਂ ਪਹਿਲਾਂ ਵੀ ਵਿਗੜੀ ਹੋਈ ਸੀ, ਕਿਉਂਕਿ ਕਾਰਨ ਇਹ ਸੀ ਕਿ ਇੱਦੋਂ ਪਹਿਲਾਂ ਵੀ ਕਰੋਨਾ ਦੀ ਤਾਂ ਇੱਕ ਗੱਲ ਕੀਤੀ ਜਾਂਦੀ ਹੈ। ਕਰੋਨਾ ਤੋਂ ਪਹਿਲਾਂ 2017-18 ਦਾ ਡਾਟਾ ਆਇਆ ਸੀ ਕਿ 45 ਸਾਲਾਂ 'ਚ ਇੰਨੀ ਜ਼ਿਆਦਾ ਬੇਰੁਜ਼ਗਾਰੀ ਕਿਤੇ ਨਹੀਂ ਸੀ ਜਿੰਨੀ 45 ਸਾਲਾਂ 'ਚ ਪਿਛਲੇ ਦੌਰਾਨ ਹੋਈ। ਲੱਖਾਂ ਕਰੋੜਾਂ ਦਾ ਘਾਟਾ ਪਹਿਲਾਂ ਵੀ ਸੀ ਬਜਟ ਦੇ ਵਿੱਚ, ਉਹ ਵੀ ਉਸ ਲੈਵਲ 'ਤੇ ਸੀ। ਔਰ ਕਿੰਨੀ ਖੇਤੀ ਖੁਦਕਸ਼ੀਆਂ, ਕਰਜ਼ੇ ਦੇ ਬੋਝ ਹੇਠ ਕਿਸਾਨ ਮਜ਼ਦੂਰ ਕਰ ਰਹੇ ਸੀ, ਇਹ ਪਹਿਲਾਂ ਵੀ ਇਹੀ ਸੀ। ਪਰ ਹੁਣ ਕਿਉਂਕਿ ਇਹ ਉਮੀਦ ਕੀਤੀ ਜਾਂਦੀ ਸੀ ਕਿ ਇੰਨੇ ਲੰਮੇ ਸਮੇਂ ਤੋਂ ਕਿਸਾਨ ਇੱਕ ਸੰਘਰਸ਼ ਦੇ ਵਿੱਚ ਨੇ ਔਰ ਲਗਭਗ 2.5 ਮਹੀਨੇ 2.5 ਮਹੀਨੇ ਤਾਂ ਹੋ ਗਏ ਨੇ ਦਿੱਲੀ ਦੀਆਂ ਬਰੂਹਾਂ 'ਤੇ ਹੀ ਬੈਠਿਆਂ ਹੋਇਆਂ ਨੂੰ। ਸਾਰਾ ਇੰਨਾ ਲੰਮਾ ਸਮਾਂ ਚੱਲਿਆ, ਨੈਗੋਸ਼ੀਏਸ਼ਨ 'ਚ ਚੱਲੀਆਂ। ਉਹਦੇ 'ਚ ਦੋ ਉਹਨਾਂ ਦੀਆਂ ਬੁਨਿਆਦੀ ਮੰਗਾਂ ਸੀਗੀਆਂ। ਇੱਕ ਤਾਂ 3 ਕਾਨੂੰਨ ਵਾਪਸ ਆਉਣ, ਦੂਸਰਾ ਸੀ MSP ਦੀ ਘੱਟੋ ਘੱਟ ਗਰੰਟੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਹੋਵੇ। ਅੱਜ ਜਿਹੜਾ ਕਿਹਾ ਗਿਆ ਵਿੱਤ ਮੰਤਰੀ ਨੇ ਸਾਰਾ ਇੱਕ ਗੱਲ ਗਣਾਤੀ ਆ, ਉਹੀ ਚੀਜ਼ਾਂ ਜਿਵੇਂ ਬਾਰ-ਬਾਰ ਗਣਾਓ, ਕਿਤੇ ਕਹਿੰਦੇ ਨੇ ਬਟਨ ਲੱਗਿਆ ਹੁੰਦਾ ਨਾ ਵੀ ਜੋ ਵੀ ਚੀਜ਼ਾਂ ਸੀ ਆਹ ਦੇਤਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਪਹਿਲਾਂ ਤੋਂ ਕਈ ਸਾਲਾਂ ਤੋਂ ਪਤਾ ਨਹੀਂ ਸੰਕਲਪ ਕਰਦਾ ਚੱਲ ਰਿਹਾ ਤੇ ਉਹ ਉਸੇ ਲੈਵਲ 'ਤੇ ਚੱਲ ਰਿਹਾ। ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ 1.5 ਗੁਣਾ ਦੇਤਾ, ਪਹਿਲਾਂ ਹੀ 1.5 ਗੁਣਾ ਦੀ ਉਹਨਾਂ ਨੇ ਫਿਗਰ ਦੇਣੀ ਸ਼ੁਰੂ ਕਰ ਦਿੱਤੀ ਹੈ। ਤੇ 1.5 ਗੁਣਾ ਫਿਗਰ ਕੀ ਦਿੱਤੀ ਹੈ? ਫਿਗਰ ਇਹ ਦਿੱਤੀ ਹੈ ਕਿ 2013-14 ਦੇ ਵਿੱਚ ਜਿਹੜੇ ਕਿਸਾਨਾਂ ਨੂੰ ਕਣਕ ਦੀ ਖਰੀਦ ਦੇ ਵਿੱਚ ਅਸੀਂ ਲਗਭਗ 33,000 ਕਰੋੜ ਤੋਂ ਜ਼ਿਆਦਾ ਦਾ ਪੈਸਾ ਮਿਲਿਆ ਸੀ, ਤੇ ਹੁਣ ਉਹ ਆ ਕੇ ਅਸੀਂ ਐਤਕੀ ਦੇ ਜਿਹੜੀ ਸੀਜ਼ਨ ਦੇ ਵਿੱਚ ਹੁਣ 19-20 ਦਾ ਸੀਜ਼ਨ ਗਿਆ ਜਦੋਂ ਕਣਕ ਦੀ ਖਰੀਦ ਹੋਈ ਹੈ, ਉਹ 6200 ਕਰੋੜ ਦੇ ਕਰੀਬ ਦਿੱਤਾ ਹੈ ਜੀ। ਹੁਣ ਜੇ ਇੱਕ ਮੋਟਾ ਜਿਹਾ ਕਾਮਨ ਸੈਂਸ ਦਾ ਅੰਦਾਜ਼ਾ ਲਾਇਆ ਜਾਵੇ, ਜਿਹੜਾ ਆਮ ਆਪਣੇ ਪਹਿਲਾਂ ਕਹਿੰਦੇ ਸੀ ਕਿ ਜੇ ਬੈਂਕ 'ਚ ਪੈਸੇ ਧਰ ਦਿੰਦਾ ਸੀ ਬੰਦਾ, ਉਹ ਕਹਿੰਦਾ 5 ਸਾਲ 'ਚ ਦੁੱਗਣੇ ਹੋ ਜਾਂਦੇ ਨੇ। ਤੇ ਇਹ ਤਾਂ 5 ਸਾਲ 'ਚ ਬੈਂਕ ਵਾਲਾ ਸਵਾਲ ਵੀ ਨਹੀਂ ਤੁਸੀਂ ਪੂਰਾ ਕਰ ਰਹੇ ਨਾ। ਉਦੋਂ ਬਾਅਦ ਮਹਿੰਗਾਈ ਕਿੰਨੀ ਵਧੀ, ਡੀਜ਼ਲ ਦਾ ਰੇਟ ਕਿੰਨਾ ਵਧਿਆ, ਪੈਟਰੋਲ ਦਾ ਰੇਟ ਕਿੰਨਾ ਵਧਿਆ, ਪੈਸਟੀਸਾਈਡ ਦਾ ਰੇਟ ਕਿੰਨਾ ਵਧਿਆ, GST ਆ ਗਈ। GST ਤੋਂ ਜਿਹੜੀਆਂ ਮੁਕਤ ਸੀ ਸਾਰੀਆਂ ਚੀਜ਼ਾਂ, ਫਰਟੀਲਾਈਜ਼ਰ ਵੀ, ਪੈਸਟੀਸਾਈਡ, ਸਾਰਾ ਕੁਛ, ਉਹ ਕਿੱਥੇ ਗਿਆ? ਉਹ ਸਾਰਾ ਕੁਝ ਕੱਢ ਕੇ ਵੀ ਔਰ ਫਿਰ ਮਹਿੰਗਾਈ ਓਵਰਆਲ ਕਿੰਨੀ ਵਧੀ, ਉਹ ਮਹਿੰਗਾਈ ਵੀ ਨਹੀਂ ਤੁਸੀਂ ਕੱਢ ਰਹੇ। ਤੇ ਉਹ ਸਾਰੀਆਂ ਚੀਜ਼ਾਂ ਕਹਿ ਕੇ ਇੱਕ ਫਿਗਰ ਦੇਤੀ ਹੈ ਕਿ ਜੀ ਇੰਨੇ ਪੈਸੇ ਤੁਹਾਨੂੰ ਦੇਤੇ ਨੇ। ਤੇ ਉਹਨੂੰ ਕੋਈ ਆਮਦਨ ਹੋਈ ਜਾਂ ਨਹੀਂ, ਕਿਸਾਨ ਚਾਹੁੰਦਾ, ਉਹ ਕਹਿੰਦਾ ਮੇਰੀ ਸੁੱਧ ਆਮਦਨ 'ਚ ਵਾਧਾ ਕਰੋ। ਆਮਦਨ 'ਚ ਵਾਧਾ ਇਹ ਹੈ ਕਿ ਜੇ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਹੁੰਦਾ, ਉਹਨੂੰ ਕਹਿੰਦੇ ਨੇ ਵਿਆਪਕ ਕੰਪਰੀਹੈਂਸਿਵ ਜਿਹੜਾ ਇੱਕ ਕਾਸਟ ਹੈ, ਟੋਟਲ ਲਾਗਤ ਹੈ, ਉਹਦੇ 'ਤੇ 50% ਦਿਓ। ਇਹਨਾਂ ਨੇ ਕਹਿਤਾ ਵੀ ਉਹਨੂੰ C2 ਕਹਿੰਦੇ ਨੇ। ਉਹ ਕਹਿੰਦੇ ਵੀ ਇਹ ਤਾਂ ਛੱਡੋ ਜੀ, ਅਸੀਂ ਤੁਹਾਨੂੰ ਦੁੱਗਣਾ ਦੇਤਾ ਹੈ। ਪੰਜਾਬ ਦੇ ਵਿੱਚ ਇੱਕ ਹੁਣੇ ਅਜੇ ਸਟੱਡੀ ਆਈ ਸੀ ਪਿਛਲੇ ਦਿਨਾਂ ਦੇ ਵਿੱਚ, ਐਸੇ ਕਣਕ ਦੇ ਸੀਜ਼ਨ ਦੇ ਵਿੱਚ ਹੀ ਜਿਹੜਾ ਇਹ ਕਹਿੰਦੇ ਨੇ ਕਿ 62,000 ਕਰੋੜ ਰੁਪਈਆ ਅਸੀਂ ਦੇਤਾ ਜੀ ਉਸ ਲੈਵਲ 'ਤੇ। ਜੇ ਸਵਾਮੀਨਾਥਨ ਰਿਪੋਰਟ ਮੁਤਾਬਕ ਹੁੰਦਾ ਤਾਂ 14,298 ਕਰੋੜ ਰੁਪਈਆ ਹੋਰ ਮਿਲਣਾ ਸੀ ਪੰਜਾਬ ਦੇ ਕਿਸਾਨ ਨੂੰ। ਸਵਾਮੀਨਾਥਨ 'ਤੇ ਉਹਦਾ ਇਹ ਫਰਕ ਹੈ। ਔਰ ਜਿਹੜਾ ਗੱਲ ਗੌਰਮੈਂਟ ਮੰਨਣਾ ਨਹੀਂ ਚਾਹੁੰਦੀ ਉਸ ਪੱਧਰ 'ਤੇ। ਇਸੇ ਤਰ੍ਹਾਂ ਫਿਰ ਝੋਨੇ ਦਾ ਕਰਤਾ ਕਿ ਅਸੀਂ ਤਾਂ ਜੀ ਬਹੁਤ 1,72,000 ਕਰੋੜ ਰੁਪਈਆ ਕਿਸਾਨਾਂ ਨੂੰ ਦੇਤਾ। ਕਿੰਨੇ ਕਿਸਾਨਾਂ ਨੂੰ ਦੇਤਾ? 14 ਕਰੋੜ ਕਿਸਾਨ ਹੈ, 65% ਉਹ ਦੇਸ਼ ਦੀ ਆਬਾਦੀ ਹੈ। ਉਹਦੇ ਲਈ ਜੋੜ ਕੇ ਤੁਸੀਂ ਸਾਰਾ ਜੋੜ ਕੇ ਵੀ ਤੁਹਾਡਾ 2 ਲੱਖ ਕਰੋੜ ਰੁਪਈਆ ਬਣਦਾ, ਜਿਹੜਾ ਉਹਨਾਂ ਦੀ ਉਹ ਆਮਦਨ ਹੈ ਤੇ ਉਹਨਾਂ ਨੇ ਤੁਹਾਨੂੰ ਪ੍ਰੋਡਿਊਸ ਦਿੱਤੀ ਹੈ, ਹੋਰ ਕੁਝ ਨਹੀਂ ਦਿੱਤਾ ਉਹਦੇ 'ਤੇ ਹੀ। ਤੇ ਦੂਜੇ ਪਾਸੇ ਤੁਹਾਨੂੰ ਕੋਈ ਕਦੇ ਤੁਸੀਂ ਜ਼ਿਕਰ ਨਹੀਂ ਕਰਦੇ ਕਿ ਇਸੇ ਸਮੇਂ ਦੌਰਾਨ ਤੁਸੀਂ 19 ਲੱਖ ਕਰੋੜ ਰੁਪਈਆ ਬੈਡ ਡੈਟ ਕਰਕੇ ਕਾਰਪੋਰੇਟ ਦਾ ਮਾਫ ਕਰਤਾ। ਉਹਦਾ ਜ਼ਿਕਰ ਇਹ ਕਿਤੇ ਨਹੀਂ ਹੈ ਤੇ ਉਹ ਗੱਲ ਹੀ ਤੁਸੀਂ ਨਹੀਂ ਕਰ ਰਹੇ ਉਸ ਰੂਪ ਦੇ ਵਿੱਚ। ਇਸੇ ਕਰਕੇ ਇਹਦੇ 'ਚੋਂ ਜਿਹੜਾ ਇੱਕ ਸਭ ਤੋਂ ਬੜਾ ਸਵਾਲ ਸੀ, ਜਿਹੜੀ ਥੋੜ੍ਹੀ ਜਿਹੀ ਉਮੀਦ ਸੀ ਕਿਸਾਨਾਂ ਦੀ ਕਿ ਇਸ ਵਾਰ ਐਡੇ ਵੱਡੇ ਅੰਦੋਲਨ ਦੇ ਕਾਰਨ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਦੇਖਦੇ ਹੋਏ ਔਰ ਸੰਕਟ ਨੂੰ ਵੀ ਦੇਖਦੇ ਹੋਏ ਕੁਝ ਉਹਦੀ ਆਮਦਨ 'ਚ ਵਾਧੇ ਦਾ ਕੋਈ ਨਾ ਕੋਈ ਤਰੀਕਾ ਕੀਤਾ ਜਾਏਗਾ, ਪਰ ਉਹ ਨਹੀਂ ਹੈ। ਉਹ ਨਿਰਾਸ਼ਾ ਵਾਲਾ ਸਵਾਲ ਹੈ। ਕੀਤਾ ਕੀ ਹੈ? ਕਹਿੰਦੇ ਜੀ ਐਤਕੀ ਅਸੀਂ ਕ੍ਰੈਡਿਟ ਜਿਹੜਾ ਕਰਜ਼ਾ ਹੋਰ ਜ਼ਿਆਦਾ ਦੇ ਦੇਣਾ, ਐਤਕੀ 16.5 ਲੱਖ ਕਰੋੜ ਦੇ ਦਾਂਗੇ। ਪਹਿਲਾਂ ਜੇ 13 ਸੀ ਕਰਜ਼ੇ ਤਾਂ ਉਹ ਮਾਰਿਆ ਹੀ ਹੋਇਆ, ਇਹਦੋਂ ਪਹਿਲੇ
ਕਰਜ਼ੇ ਦਾ ਉਹ ਇਦੋਂ ਪਹਿਲਾਂ ਹੀ ਮਾਰਿਆ ਹੋਇਆ ਤੇ ਕਰਜ਼ਾ ਹੀ ਹੋਰ ਦੇ ਕੇ ਉਹ ਤਾਂ ਕਰਜ਼ਾ ਮਾਫੀ ਚਾਹੁੰਦਾ ਹੈ, ਉਹ ਕਰਜ਼ਾ ਥੋੜ੍ਹੇ ਲੈਣਾ ਚਾਹੁੰਦਾ ਹੋਰ। ਦੂਜੀ ਗੱਲ ਇਹ ਹੈ ਕਿ ਜਿਹੜਾ ਕ੍ਰੈਡਿਟ ਤੁਸੀਂ ਕਿਸਾਨ ਦੇ ਨਾਂ ਤੇ 16.5 ਲੱਖ ਕਰੋੜ ਕਹਿੰਦੇ ਹੋ, ਹੁਣ ਉਹ ਕਿਸਾਨ ਨੂੰ ਵੀ ਨਹੀਂ ਉਸ ਲੈਵਲ ਤੇ ਮਿਲਦਾ, ਉਹ ਬਲਕਿ ਇੰਡਸਟਰੀਲਿਸਟ ਨੂੰ ਚਲਾ ਜਾਂਦਾ ਹੈ ਔਰ ਉਹ ਬੰਦਾ ਉਹਦੇ ਨਾਂ ਤੇ ਲੈਂਦਾ ਹੈ, ਕਿਉਂਕਿ ਹੁਣ ਤੁਸੀਂ ਸਿੱਧਾ ਕੇਵਲ ਕ੍ਰਾਪ ਲੋਨ ਦੇ ਵਿੱਚ ਨਹੀਂ ਦਿੰਦੇ, ਹੁਣ ਜਿਹੜੇ ਉਹਦੀ ਪ੍ਰੋਸੈਸਿੰਗ ਜਾਂ ਬਾਕੀ ਸਾਰੀਆਂ ਚੀਜ਼ਾਂ 'ਚ ਆਉਂਦਾ ਨਾ ਯੂਨਿਟ, ਉਹ ਵੀ ਤੁਸੀਂ ਕਿਸਾਨ ਦੇ ਖਾਤੇ ਪਾਤਾ। ਔਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਪੀ ਸਾਈਨਾਥ ਆਏ ਸੀ, ਉਹਨਾਂ ਨੇ ਬੰਬੇ ਦਾ ਸਟੱਡੀ ਦੱਸੀ ਸੀ ਜਿਹੜੀ, ਉਹ ਕਹਿੰਦੇ ਸੀ ਵੀ ਮਹਾਰਾਸ਼ਟਰ ਦਾ 53% ਕਿਸਾਨ ਕ੍ਰੈਡਿਟ ਹੈ, ਕਿਸਾਨ ਲੋਨ ਹੈ ਜੋ ਕੇਵਲ ਮੁੰਬਈ 'ਚ ਚਲਾ ਗਿਆ। ਮੁੰਬਈ 'ਚ ਕਿੱਥੇ ਕਿਹੜੀ ਫਸਲ ਉੱਗਦੀ ਹੈ ਜੀ ਕੋਟਿਆਂ ਤੇ ਲੋਕਾਂ ਦੇ, ਉਹਨਾਂ ਬੰਦਿਆਂ ਨੂੰ, ਕਿਉਂਕਿ ਉੱਥੇ ਉਹਨਾਂ ਦੇ ਕੰਪਨੀਆਂ ਦੇ ਦਫ਼ਤਰ ਨੇ, ਤੁਸੀਂ ਕੰਪਨੀਆਂ ਦੇ। ਇਹਦੇ 'ਚੋਂ ਇਹ ਸਾਬਤ ਹੁੰਦਾ ਕਿ ਜਿਹੜੀ ਗੱਲ ਦੇ ਖਿਲਾਫ ਕਿਸਾਨ ਲੜ ਰਿਹਾ ਹੈ, ਕਾਰਪੋਰੇਟ ਐਗਰੀਕਲਚਰ ਦੇ ਖਿਲਾਫ, ਕਾਰਪੋਰੇਟ ਮਾਡਲ ਦੇ ਖਿਲਾਫ, ਕਾਰਪੋਰੇਟ ਦੇ ਤਰੀਕੇ ਦੇ ਖਿਲਾਫ, ਇਹ ਬਜਟ ਉਹਨੂੰ ਹੀ ਬੜੀ ਤੇਜ਼ੀ ਨਾਲ ਅੱਗੇ ਲਿਜਾ ਰਿਹਾ ਉਸੇ ਪੱਧਰ ਦੇ ਉੱਤੇ। ਅਗਲੀ ਗੱਲ ਉਹਨਾਂ ਨੇ ਇਹ ਕਿਹਾ ਕਿ ਜੀ ਆਤਮ ਨਿਰਭਰ ਭਾਰਤ ਦੇ ਲਈ ਅਸੀਂ ਬਣਾ ਰਹੇ ਹਾਂ। ਕੀ ਹੈ ਆਤਮ ਨਿਰਭਰ ਭਾਰਤ? ਤੁਸੀਂ ਬੀਮੇ ਦੇ ਵਿੱਚ ਹੀ ਜਿਹੜੀ LIC ਦਾ ਭੱਠਾ ਬਿਠਾ ਰਹੇ ਹੋ, ਇਦੋਂ ਪਹਿਲਾਂ 49% ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਛੂਟ ਸੀ ਤੇ ਅੱਜ ਤੁਸੀਂ 74% ਤੇ ਰਹਿ ਗਏ ਉਹਨੂੰ। ਤੇ ਜਿਹੜੀਆਂ ਦੂਜੀਆਂ ਨੇ ਪਬਲਿਕ ਸੈਕਟਰ ਦੀਆਂ ਚੀਜ਼ਾਂ, ਉਹਦੇ 'ਚੋਂ ਤੁਸੀਂ ਕਹਿੰਦੇ ਹੋ ਅੱਜ 1,75,000 ਕਰੋੜ ਦੀ ਡਿਸਇਨਵੈਸਟਮੈਂਟ ਕਰਾਂਗੇ ਐਸੇ ਸਾਲ 'ਚ, ਉਹ ਤੁਸੀਂ ਬੰਦਰਗਾਹਾਂ ਵੀ ਡਿਸਇਨਵੈਸਟ ਕਰ ਰਹੇ ਹੋ। ਪ੍ਰਾਈਵੇਟ ਐਤਕੀ ਤਾਂ ਬਜਟ 'ਚ ਇੰਨੇ ਬਾਹਰ ਪ੍ਰਾਈਵੇਟਾਈਜੇਸ਼ਨ ਦਾ ਜ਼ਿਕਰ ਹੋਇਆ, ਜਿਹਦੇ ਖਿਲਾਫ ਲੋਕਾਂ ਦਾ ਇੱਕ ਮਾਹੌਲ ਬਣਦਾ ਜਾ ਰਿਹਾ। ਤੁਸੀਂ ਉਸੇ ਪਾਸੇ ਵੱਲ ਚੱਲ ਰਹੇ ਹੋ। ਇਸ ਬਜਟ ਦਾ ਟੋਟਲ ਜਿਹੜਾ ਝੁਕਾਅ ਹੈ ਉਹ ਕਾਰਪੋਰੇਟ ਕਰਨ ਦੇ ਵੱਲ ਹੈ। ਸਾਰੀਆਂ ਚੀਜ਼ਾਂ ਬਣਾ ਕੇ ਤੁਸੀਂ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਹੋ ਤੇ ਉਹ ਪਬਲਿਕ ਮਨੀ ਨਾਲ ਜਿਹੜੀਆਂ ਚੀਜ਼ਾਂ ਪੈਦਾ ਹੋਈਆਂ ਨੇ ਤੇ ਉਹਦੇ ਨਾਲ ਲੋਕਾਂ ਦੀ ਤਕਲੀਫ ਵਧੇਗੀ। ਇਸੇ ਕਰਕੇ ਕੀ ਕਹਿ ਰਹੇ ਨੇ ਜਿਹੜੇ ਅਰਥ ਸ਼ਾਸਤਰੀ ਨੇ, ਜਦੋਂ ਤੋਂ ਕਰੋਨਾ ਦਾ ਦੌਰ ਸ਼ੁਰੂ ਹੈ ਉਦੋਂ ਤੋਂ ਹੀ ਉਹ ਕਹਿ ਰਹੇ ਨੇ ਕਿ ਜਿਹੜਾ ਤੁਹਾਡਾ ਤਰੀਕਾ ਹੈ ਇਹ ਗਲਤ ਹੈ, ਇਹ ਮੰਗ ਪੈਦਾ ਨਹੀਂ ਕਰੂ, ਇਹਦੇ ਨਾਲ ਅਰਥ ਵਿਵਸਥਾ ਮਾਰੀ ਜਾਊਗੀ। ਅਰਥ ਵਿਵਸਥਾ ਕਿਉਂ ਮਾਰੀ ਜਾਊਗੀ? ਕਿਉਂਕਿ ਜਿਹੜੇ ਲੋਕਾਂ ਨੇ ਮੰਡੀ 'ਚ ਜਾ ਕੇ ਖਰਚ ਕਰਨਾ ਹੈ ਉਹਨਾਂ ਦੀ ਜੇਬ 'ਚ ਪੈਸਾ ਹੀ ਹੈ ਨਹੀਂ। ਜੇ ਉਹਨਾਂ ਦੀ ਜੇਬ 'ਚ ਪੈਸਾ ਪਾਓਗੇ ਤਾਂ ਮੰਗ ਪੈਦਾ ਹੋਏਗੀ, ਤਾਂ ਮੰਡੀ ਚੱਲੇਗੀ। ਹੁਣ ਵੀ ਜਿਹੜੇ ਗੌਰਮੈਂਟ ਦੀ ਦਿਸ਼ਾ ਹੈ ਉਹ ਇਨਫਰਾਸਟ੍ਰਕਚਰ ਤੇ ਜਿਹੜਾ ਪੈਸਾ ਖਰਚ ਕਰਾਂਗੇ ਜੀ, ਫਲਾਨਾ ਕਰਾਂਗੇ, ਉਹ ਜਿਹੜਾ ਤਰੀਕਾਕਾਰ ਹੈ ਉਹ ਮੰਗ ਨਹੀਂ ਪੈਦਾ ਕਰ ਰਿਹਾ। ਇਨਫਰਾਸਟ੍ਰਕਚਰ 'ਚ ਜਦ ਹੋਊਗਾ ਕਿੰਨੀ ਉੱਥੇ ਜੌਬ ਮਿਲੇਗੀ ਨਹੀਂ ਮਿਲੇਗੀ, ਉਹ ਸਾਰਾ ਅੱਜ ਕੱਲ੍ਹ ਫਰਾਡ ਹੋ ਗਿਆ। ਜੌਬ ਨਹੀਂ ਮਿਲ ਰਹੀ ਤੇ ਤੇ ਜਿਹੜੇ ਲੋਕਾਂ ਦੇ ਕੋਲ ਪੈਸਾ ਜਾਣਾ ਚਾਹੀਦਾ ਸੀ ਉਹ ਨਹੀਂ ਮਿਲਿਆ, ਤੇ ਉਹ ਜਦੋਂ ਨਹੀਂ ਮਿਲਿਆ ਤਾਂ ਅੱਗੇ ਲਈ ਵੀ ਇਹਦਾ ਮਤਲਬ ਮੰਡੀ ਦਾ ਜਿਹੜਾ ਇੱਕ ਤੰਤਰ ਹੈ ਜਾਂ ਆਰਥਿਕਤਾ ਦੇ ਵਿੱਚ ਡਿਮਾਂਡ ਹੈ ਜਾਂ ਰੁਜ਼ਗਾਰ ਦੀ ਗਰੰਟੀ, ਰੁਜ਼ਗਾਰ ਪੈਦਾ ਹੋਣੇ ਨੇ, ਉਹ ਰੁਜ਼ਗਾਰ ਨਹੀਂ ਪੈਦਾ ਹੋਣਗੇ ਉਸ ਪੱਧਰ ਦੇ ਉੱਤੇ। ਇਹ ਕਾਫੀ ਵੱਡਾ ਸਵਾਲ, ਉਹੀ ਵੱਡੇ ਸਵਾਲ ਸੀ। ਔਰ ਇਸੇ ਤਰੀਕੇ ਦੇ ਨਾਲ ਮਨਰੇਗਾ ਦਾ ਸਵਾਲ ਹੈ ਜਿਹਨੇ ਰੂਰਲ ਸੈਟਅਪ ਦੇ ਵਿੱਚ ਥੋੜ੍ਹਾ ਬਹੁਤ ਲੋਕਾਂ ਨੂੰ ਪੱਲਾ ਫੜਾਇਆ ਸੀ। ਔਰ ਕਰੋਨਾ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਕਿਵੇਂ ਕਰੋੜਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਸ਼ਹਿਰਾਂ ਦੇ ਵਿੱਚੋਂ ਆਪੋ ਆਪਣੇ ਸੂਬਿਆਂ ਨੂੰ ਗਏ, ਆਪੋ ਆਪਣੇ ਘਰਾਂ ਨੂੰ ਗਏ, ਕਿਉਂਕਿ ਉਹਨਾਂ ਦਾ ਰੁਜ਼ਗਾਰ ਖੁੱਸ ਗਿਆ। ਇਸ ਕਰਕੇ ਉਦੋਂ ਸਰਕਾਰ ਨੂੰ ਕਰਨਾ ਪਿਆ ਕਿ ਪਹਿਲਾਂ 61,500 ਕਰੋੜ ਰੁਪਈਆ ਮਨਰੇਗਾ ਲਈ ਰੱਖਿਆ ਸੀ ਤਾਂ 40,000 ਕਰੋੜ ਦਾ ਐਡੀਸ਼ਨਲ ਇੱਕ ਕੰਮ, ਉਹ ਤਾਂ ਮੁੱਕ ਗਿਆ ਪਹਿਲੇ ਮਹੀਨਿਆਂ ਦੇ ਵਿੱਚ ਹੀ ਜਾ ਕੇ, ਤੇ ਮੁੜ ਕੇ ਲੋਕ ਹੋਰ ਡਿਮਾਂਡ ਕਰਦੇ ਸੀ। ਤੇ ਉਹ ਪੈਸਾ ਕਿੱਥੇ ਹੈ? ਫਿਰ ਪੈਸਾ ਆਊਗਾ ਕਿੱਥੋਂ? ਤਾਂ ਰੁਜ਼ਗਾਰ ਮਿਲੂਗਾ ਕਿੱਥੋਂ? ਕੇਵਲ ਕਾਗਜ਼ਾਂ ਨਾਲ ਰੁਜ਼ਗਾਰ ਨਹੀਂ ਨਾ ਮਿਲੂਗਾ। ਉਸ ਪਾਸੇ ਵੱਲ ਚੱਲਣਾ ਸੀ, ਉਧਰ ਬਜਟ ਨਹੀਂ ਚੱਲ ਰਿਹਾ ਜੀ। ਹਮੀਰ ਸਿੰਘ ਜੀ, ਤੁਸੀਂ ਗੱਲ ਕਰੀ ਹੈ ਬੇਰੁਜ਼ਗਾਰੀ ਦੀ ਵੀ ਕਿ ਜਿਹੜਾ ਹੈਗਾ ਦੇਸ਼ 'ਚ ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਤੇ ਕਰੋਨਾ ਦੌਰਾਨ ਜਿਹੜਾ ਵੱਡੀ ਗਿਣਤੀ ਫਿਰ ਲੋਕਾਂ ਦੀ ਜਿਹੜੀ ਹੈਗੀ ਨੌਜਵਾਨਾਂ ਦੀ ਨੌਕਰੀਆਂ ਚਲੀਆਂ ਗਈਆਂ। ਕੀ ਇਸ ਵਾਰ ਜਿਹੜਾ ਬਜਟ ਲੈ ਕੇ ਆਏ ਆ ਉਹ 'ਚ ਕੋਈ ਆਸ ਹੈਗੀ ਹੈ ਨੌਜਵਾਨਾਂ ਨੂੰ ਦਿਖਾਈ ਦੇ ਰਹੀ ਹੈ ਵੀ ਕਿ ਉਹਨਾਂ ਨੂੰ ਕੋਈ ਬਜਟ 'ਚ ਵੀ ਕਿ ਬੇਰੁਜ਼ਗਾਰੀ ਦੂਰ ਹੋ ਸਕੇਗੀ, ਉਹਨਾਂ ਨੂੰ ਨਵਾਂ ਰੁਜ਼ਗਾਰ ਮਿਲ ਸਕੇਗਾ? ਨਹੀਂ, ਐਤਕੀ ਦਾ ਹੁਣ ਆ ਦਸੰਬਰ ਦੀ ਫਿਗਰ ਆਈ ਹੈ, ਜਿਹੜੇ ਲੇਟੈਸਟ ਫਿਗਰਾਂ ਨੇ ਉਹ ਕਹਿ ਰਹੇ ਨੇ ਵੀ 14.5 ਕਰੋੜ ਤੋਂ ਵੀ ਜ਼ਿਆਦਾ ਬੇਰੁਜ਼ਗਾਰਾਂ ਦੀ ਗਿਣਤੀ ਉਸ ਲੈਵਲ ਤੇ ਵੱਧ ਗਈ ਹੈ। ਜਿਹੜੀ ਪਿਛਲੇ ਸਾਲ 7.5 ਸੀ ਉਹ 14.5 ਕਰੋੜ ਦੇ ਉੱਤੇ ਚਲੀ ਗਈ ਹੈ ਲਗਭਗ। ਔਰ ਰੁਜ਼ਗਾਰ ਮਿਲ ਨਹੀਂ ਪਾ ਰਿਹਾ। ਚਾਹੇ ਤੁਸੀਂ ਕਹਿਣ ਨੂੰ, ਨਰਿੰਦਰ ਮੋਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ, ਤੇ ਇੱਥੇ ਅਮਰਿੰਦਰ ਸਿੰਘ ਵਰਗੇ ਕਹਿੰਦੇ ਸੀ ਅਸੀਂ ਘਰ ਘਰ ਨੌਕਰੀ ਦੇਵਾਂਗੇ। ਨੌਕਰੀ ਕਿੱਥੇ ਹੈ? ਤੇ ਨੌਕਰੀ ਦੇ ਲਈ ਅਜੇ ਵੀ ਕੋਈ ਮਤਲਬ ਉਹ ਨਹੀਂ ਬਣ ਰਿਹਾ ਤਰੀਕਾ। ਉਹਦਾ ਕਾਰਨ ਇਹ ਹੈ ਕਿ ਨੌਕਰੀਆਂ 'ਤੇ ਫੋਕਸ ਕਰਨ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਮਾਰਕੀਟ ਦੇ ਵਿੱਚ, ਮੰਡੀ ਦੇ ਵਿੱਚ ਕੋਈ ਉਦਯੋਗ ਵੀ ਚੱਲਣ, ਖੇਤੀ 'ਚ ਵੀ ਲਾਹੇਵੰਦਾ ਰੁਜ਼ਗਾਰ ਹੋਵੇ, ਸੇਵਾ ਖੇਤਰ ਦੇ ਵਿੱਚ ਵੀ ਕੋਈ ਰੁਜ਼ਗਾਰ ਖੁੱਲ੍ਹੇ, ਸਾਰੇ ਖੇਤਰਾਂ ਦੇ ਵਿੱਚ ਰੁਜ਼ਗਾਰ ਖੁੱਲ੍ਹਣ। ਰੁਜ਼ਗਾਰ ਖੁੱਲ੍ਹਣ ਦੇ ਵਾਸਤੇ ਪਬਲਿਕ ਇਨਵੈਸਟਮੈਂਟ ਚਾਹੀਦੀ ਹੈ। ਤੁਸੀਂ ਕੇਵਲ ਪ੍ਰਾਈਵੇਟ 'ਤੇ ਕਰਦੇ ਹੋ। ਪ੍ਰਾਈਵੇਟ ਤਾਂ ਕੋਈ ਵੀ ਪਲੇਅਰ ਜਿੱਥੇ ਘੱਟ ਹੈ, ਜਿੱਥੇ ਕੋਈ ਪੈਸਾ ਲਾ ਕੇ ਉਹਨੂੰ ਤੁਰੰਤ ਮੁਨਾਫਾ ਨਹੀਂ ਹੁੰਦਾ, ਉਹ ਕਿਉਂ ਲਾਊਗਾ? ਉਹ ਤਾਂ ਲਾਉਂਦਾ ਹੀ ਨਹੀਂ ਹੈ। ਤੁਹਾਡੇ ਕੋਲ ਪੈਸਾ ਕਿੱਥੇ ਹੈ? ਹੁਣ ਐਤਕੀ ਦੇ ਬਜਟ ਦੇ ਵਿੱਚ ਇਹ ਕਹਿੰਦੇ ਸਾਡਾ 34 ਲੱਖ ਕਰੋੜ ਦਾ ਖਰਚੇ ਦਾ ਬਜਟ ਹੈ।
ਅੱਜ ਹੀ ਕਹਿੰਦੇ ਨੇ ਸਾਨੂੰ 12 ਲੱਖ ਕਰੋੜ ਰੁਪਈਆ ਤਾਂ ਮੰਡੀ ਚੋਂ ਮਤਲਬ ਕਰਜ਼ਾ ਲੈਣਾ ਪਊਗਾ, ਸਰਕਾਰ ਕਹਿ ਰਹੀ ਹੈ। ਤੇ ਫਿਰ ਬਜਟ ਕਿੰਨੇ ਦਾ? 23 ਲੱਖ ਕਰੋੜ ਰਹਿ ਗਿਆ, ਉਹ ਤਾਂ ਤੁਹਾਡਾ ਤਾਂ ਬਾਕੀ ਤਾਂ ਬਚਿਆ ਹੀ ਨਹੀਂ। ਫਿਰ ਤੁਸੀਂ ਉਹ ਕਰਜ਼ਾ ਲਓਗੇ, ਉਹ ਕਰਜ਼ੇ ਦਾ ਵਿਆਜ ਕਿਹਦੇ ਤੇ ਪੈਣਾ? ਉਹ ਵੀ ਪਬਲਿਕ ਤੇ ਹੀ ਪੈਣਾ ਸਾਰੇ ਦਾ ਸਾਰਾ ਉਸੇ ਤਰੀਕੇ ਦੇ। ਤੁਹਾਡੇ ਕੋਲ ਉਹ ਪਲੱਗ ਨਹੀਂ, ਤੁਹਾਡਾ ਜਿਹੜਾ ਕਹਿੰਦੇ ਨੇ ਮਾਲੀ ਘਾਟਾ ਹੈ, ਰੈਵਨਿਊ ਡੈਫੀਸਿਟ ਹੈ ਜਿਹੜਾ ਤੁਹਾਡਾ, ਫਿਜ਼ੀਕਲ ਡੈਫੀਸਿਟ ਹੈ, ਬਲਕਿ ਰੈਵਨਿਊ ਤਾਂ ਉਦੋਂ ਵੀ ਜ਼ਿਆਦਾ ਹੈ, ਉਹ ਤਾਂ ਬਹੁਤ ਚਲਾ ਗਿਆ। ਫਿਜ਼ੀਕਲ ਡੈਫੀਸਿਟ ਵੀ 9.5 ਤੇ ਚਲਾ ਗਿਆ। ਇਹਨਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਸੀ, ਕਾਨੂੰਨ ਦੇ ਵਿੱਚ ਇਹ ਸੀ ਕਿ 3% ਤੋਂ ਜ਼ਿਆਦਾ ਨਹੀਂ ਉਹ ਹੋਣਾ ਚਾਹੀਦਾ ਕੁੱਲ ਘਰੇਲੂ ਪੈਦਾਵਾਰ ਜਿੰਨੀ ਤੁਸੀਂ ਪੈਦਾ ਕਰਦੇ ਹੋ, ਤੇ ਉਹਦਾ ਹਿੱਸਾ 3 ਤੋਂ, ਇਹ 9.5 ਤੇ ਚਲਾ ਗਿਆ। ਪਹਿਲਾਂ ਸਾਰੇ ਅਰਥ ਸ਼ਾਸਤਰੀ ਇਹ ਪਿੱਟਦੇ ਰਹੇ ਉਦੋਂ ਤੱਕ, ਜਦੋਂ ਤੱਕ ਮਤਲਬ ਕਰੋਨਾ ਦੇ ਦੌਰ 'ਚ, ਕਿ ਤੁਸੀਂ ਇਹ ਨਾ ਦੇਖੋ ਕਿੰਨਾ ਘੱਟ ਹੈ ਕਿੰਨਾ ਨਹੀਂ। ਇੱਕ ਵਾਰ ਨੋਟ ਛਾਪੋ, ਲੋਕਾਂ ਦੀਆਂ ਜੇਬਾਂ 'ਚ ਪੈਸੇ ਪਾਓ ਤੇ ਮੰਗ ਪੈਦਾ ਕਰਨ ਦਿਓ ਤੇ ਰੁਜ਼ਗਾਰ ਪੈਦਾ ਕਰਨ ਦਿਓ, ਤੇ ਉਦੋਂ ਬਾਅਦ ਆਪਣੇ ਆਪ ਸਿਸਟਮ ਚੱਲ ਪਊਗਾ। ਕੁਝ ਨਹੀਂ ਦੇਖਿਆ, ਉਦੋਂ ਵੀ ਕਹਿੰਦੇ ਅਸੀਂ 20 ਲੱਖ ਕਰੋੜ ਦਾ ਪੈਕੇਜ ਦਿੱਤਾ ਜੀ। ਉਹ ਕਿੱਥੇ ਗਿਆ 20 ਲੱਖ ਕਰੋੜ ਦਾ ਪੈਕੇਜ? ਕਿਹਨੂੰ ਦਿੱਤਾ ਗਿਆ ਔਰ ਕਿਹਨੇ ਲਿਆ? ਇਸ ਕਰਕੇ ਦਿਸ਼ਾ ਹੀ ਟੋਟਲ ਗਲਤ ਹੈ। ਜਦੋਂ ਦਿਸ਼ਾ ਗਲਤ ਹੋਵੇ, ਦਿਸ਼ਾ ਪ੍ਰੋ ਪੀਪਲ ਨਹੀਂ ਹੈ, ਲੋਕ ਪੱਖੀ ਨਹੀਂ ਹੈ, ਦਿਸ਼ਾ ਕਾਰਪੋਰੇਟ ਦੇ ਮੁਨਾਫੇ ਪੱਖੀ ਹੈ ਜੀ। ਇਸੇ ਕਰਕੇ ਆ ਪਿਛਲੇ ਦਿਨਾਂ 'ਚ ਆਕਸਫਾਰਮ ਦੀ ਰਿਪੋਰਟ ਆਈ ਆ 4 ਦਿਨ 5 ਦਿਨ ਪਹਿਲਾਂ, ਜਿਹੜੀ ਇਹ ਕਹਿੰਦੀ ਹੈ ਕਿ ਜਿੰਨਾ ਸਾਡੇ ਕੁਝ ਗਿਣਤੀ ਦੇ ਅਰਬਪਤੀਆਂ ਨੇ ਕਮਾ ਲਿਆ, ਤੇ ਉਹਨਾਂ 13 ਕਰੋੜ 13.5 ਕਰੋੜ ਬਲਕਿ ਪੌਣੇ 14 ਕਰੋੜ ਲੋਕਾਂ ਨੂੰ 94 ਹਜ਼ਾਰ ਰੁਪਈਆ ਉਹਨਾਂ ਦੇ ਘਰਾਂ 'ਚ ਦਿੱਤਾ ਜਾ ਸਕਦਾ ਸੀ। ਤੇ ਉਧਰ ਹੀ ਅਜੇ ਵੀ ਅਸੀਂ ਸੋਚ ਰਹੇ ਹਾਂ ਤੇ ਇਹਦੇ ਤੋਂ ਕੋਈ ਸਬਕ ਨਹੀਂ ਸਿੱਖ ਰਹੇ ਜੀ। ਹਮੀਰ ਸਿੰਘ ਜੀ, ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਸੀ ਵੀ ਕਿ ਕਰੋਨਾ ਕਰਕੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੈ ਹਿੱਲ ਚੁੱਕੀ ਹੈ, ਕੀ ਕੇਂਦਰ ਸਰਕਾਰ ਦੇ ਇਸ ਬਜਟ ਦੇ ਵਿੱਚ ਕੋਈ ਇਹੋ ਜਿਹਾ ਕੀਤਾ ਗਿਆ ਵੀ ਕਿ ਜਿਹੜੀ ਉਹਦੇ ਅਰਥ ਵਿਵਸਥਾ ਨੂੰ ਕੋਈ ਨਵਾਂ ਹੁਲਾਰਾ ਮਿਲ ਸਕੇ, ਕੁਝ ਨਵੀਂ ਜਿਹੜੀ ਹੈਗੀ ਅਰਥ ਵਿਵਸਥਾ ਆਪਣੇ ਪੈਰਾਂ ਸਿਰ ਹੋ ਸਕੇ? ਨਹੀਂ ਕੀਤਾ ਕੀ ਹੈ, ਲੋਕਾਂ ਨੇ ਕੇਂਦਰ ਸਰਕਾਰ ਨੇ ਕੀਤਾ ਕਿ ਡੀਜ਼ਲ ਤੇ ਹੋਰ ਸੈਸ ਲਾਤਾ, ਮਤਲਬ 4 ਰੁਪਏ ਪ੍ਰਤੀ ਲੀਟਰ, 2.5 ਰੁਪਏ ਪੈਟਰੋਲ ਤੇ ਲਾਤਾ। ਕਹਿੰਦੇ ਜੀ ਉਹ ਫਰਕ ਨਹੀਂ ਪਊਗਾ ਕਿਉਂਕਿ ਲੋਕ ਇਹ ਕਹਿੰਦੇ ਕਿ ਜਿਹੜੀ ਮਹਿੰਗਾਈ ਜਦੋਂ ਵੱਧਦੀ ਹੈ ਨਾ ਬਹੁਤ ਵੱਡੇ ਪੱਧਰ ਤੇ, ਔਰ ਈਵਨ ਦਾਲਾਂ ਤੇ ਲਾਤਾ ਕਿੰਨੀਆਂ, ਤੇ ਛੋਲਿਆਂ ਤੇ ਲਾਤਾ, ਸੂਰਜਮੁਖੀ ਤੇ ਲਾਤਾ, ਸੋਇਆਬੀਨ ਤੇ ਲਾਤਾ, ਕਿੰਨਿਆਂ ਤੇ ਨਵੇਂ ਟੈਕਸ ਲਾਤੇ। ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਨੇ ਆਮ ਬੰਦੇ ਲਈ, ਗਰੀਬ ਕਿਸੇ ਵੀ ਆਮ ਸਧਾਰਨ ਬੰਦੇ ਵਾਸਤੇ। ਉਹ ਜਦੋਂ ਚੀਜ਼ਾਂ ਮਹਿੰਗੀਆਂ ਹੋਣਗੀਆਂ, ਚਾਹੇ ਫਾਈਨਾਂਸ ਮਿਨਿਸਟਰ ਕਹਿ ਰਹੇ ਇਹਦੇ ਨਾਲ ਨਹੀਂ ਪਏਗਾ। ਪਹਿਲਾਂ ਜਿੱਦਣ ਐਕਸਾਈਜ਼ ਡਿਊਟੀ ਵਧਾਈ ਸੀ 10 ਰੁਪਏ ਡੀਜ਼ਲ ਤੇ ਪੈਟਰੋਲ ਤੇ 13 ਰੁਪਏ ਡੀਜ਼ਲ ਤੇ, ਉਦੋਂ ਵੀ ਕਿਹਾ ਗਿਆ ਸੀ ਕਿ ਲੋਕਾਂ ਤੋਂ ਨਹੀਂ ਵਸੂਲਦੀਆਂ ਕੰਪਨੀਆਂ, ਜਾਂ ਕੰਪਨੀ ਆਪਦੇ ਪੱਲਿਓਂ ਕੰਪਨੀ ਦੇਗੀ ਇਹ ਸਾਰਾ। ਪਰ ਹੌਲੀ ਹੌਲੀ ਇਹੋ ਜਿਹਾ ਪ੍ਰੋਸੈਸ ਚੱਲਿਆ, ਚੱਲਦੇ ਤੁਹਾਡੇ ਸਾਹਮਣੇ ਆ ਕਿ ਉਹ ਸਾਰਾ ਕੁਝ ਲੋਕਾਂ ਤੇ ਪਾ ਦਿੱਤਾ ਗਿਆ। 1,60,000 ਕਰੋੜ ਦਾ ਬੋਝ ਕੇਵਲ ਕਰੋਨਾ ਦੇ ਸਾਲ ਦੇ ਦੌਰਾਨ ਲੋਕਾਂ ਤੇ ਪੈਟਰੋਲ ਤੇ ਡੀਜ਼ਲ ਤੇ ਦੀਆਂ ਰੇਟ ਵਧਾਉਣ ਨਾਲ ਪਿਆ। ਆ ਨਵਾਂ ਹੋਰ ਰੇਟ ਵਧਾਇਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਔਰ ਉਹ ਪੈਸਾ ਤਾਂ ਤੁਸੀਂ ਇਕੱਠਾ ਕਰ ਰਹੇ ਹੋ ਲੋਕਾਂ ਤੋਂ ਜਿਸ ਵੀ ਪੱਧਰ ਦੇ ਉੱਤੇ ਹੈ, ਪਰ ਉਹ ਪੈਸਾ ਲੋਕਾਂ ਤੱਕ ਕਿਵੇਂ ਜਾਵੇ ਜਿਹਦੇ ਨਾਲ ਉਹਨਾਂ ਦੀ ਮਹਿੰਗਾਈ ਵੀ ਘਟੇ। ਮਹਿੰਗਾਈ ਤਾਂ ਤੁਹਾਡੇ ਸਾਹਮਣੇ 100 ਰੁਪਏ ਕਿਲੋ ਪਿਆਜ਼ ਹੈ ਤੇ 60 ਰੁਪਏ ਕਿਲੋ ਆਲੂ ਹੈ, ਤੇ ਸਾਰਾ ਲੋਕ ਹੋ ਰਹੇ ਨੇ। ਇਹ ਸਾਰੇ ਉਹ ਕਾਨੂੰਨਾਂ ਦਾ ਵੀ ਅਸਰ ਹੈ ਜਿਹੜੇ ਕਾਨੂੰਨ ਸਾਡੇ ਸਾਹਮਣੇ ਦਿਖਾਈ ਦੇ ਰਹੇ ਨੇ। ਇਸੇ ਕਰਕੇ ਲੋਕਾਂ ਲਈ ਇਹ ਸਭ ਤੋਂ ਬੜਾ ਸਵਾਲ ਜਿਹੜਾ ਰੁਜ਼ਗਾਰ ਦਾ ਸਵਾਲ ਸੀ ਉਹ ਐਡਰੈਸ ਕਰਨ 'ਚ ਨਹੀਂ। ਉਹ ਇੱਕੋ ਇੱਕ ਤਰੀਕਾ ਹੈ, ਜੇ ਗੌਰਮੈਂਟ ਇਸ ਅਰਥ ਵਿਵਸਥਾ ਨੂੰ ਰਿਵਾਈਵ ਕਰਨਾ ਚਾਹੁੰਦੀ ਸੀ, ਉਹ ਬੜੀ ਵੱਡੀ ਗਿਣਤੀ ਦੇ ਵਿੱਚ ਗਰੀਬ ਲੋਕਾਂ, ਕਿਰਤੀ ਲੋਕਾਂ ਜਾਂ ਬਾਕੀ ਮੱਧ ਵਰਗ, ਈਵਨ ਮੱਧ ਵਰਗ ਵੀ ਚੀਕ ਰਿਹਾ ਕਿ ਕੋਈ ਕੰਸੈਸ਼ਨ ਨਹੀਂ ਦਿੱਤਾ, ਨਾ ਕੋਈ ਟੈਕਸ ਰਿਬੇਟ ਦਿੱਤੀ ਹੈ, ਨਾ ਕੋਈ ਬਾਕੀ ਚੀਜ਼ਾਂ ਕੀਤੀਆਂ ਨੇ, ਸਾਰੇ ਤੇ ਕੁਝ ਨਹੀਂ ਕੀਤਾ ਗਿਆ। ਜਦੋਂ ਉਸ ਪਾਸੇ ਵੱਲ ਤੁਸੀਂ ਪੈਸਾ ਪਾਓਗੇ ਤਾਂ ਉਹ ਪੈਸਾ ਕਿੱਥੋਂ ਆਏਗਾ? ਉਹ ਪੈਸਾ ਗੌਰਮੈਂਟ ਨੂੰ ਇਨਵੈਸਟ ਕਰਨਾ ਪੈਂਦਾ। ਗੌਰਮੈਂਟ ਚਾਹੇ ਹੋਰ ਜ਼ਿਆਦਾ ਪੈਸਾ ਛਾਪ ਲੇ, ਚਾਹੇ ਹੋਰ ਕਿਤੋਂ ਵੀ ਲੈ ਲੇ, ਇੱਕ ਵਾਰ ਪੰਪ ਕਰਨਾ ਪੈਂਦਾ। ਜਦੋਂ ਤਰੀਕਾ ਚੱਲ ਪੈਂਦਾ ਉਦੋਂ ਬਾਅਦ ਗੌਰਮੈਂਟ ਚਾਹੇ ਲੋਕਾਂ ਤੋਂ ਵਸੂਲ ਕਰ ਲੈਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅੱਜ ਤੱਕ ਇਹ ਹੋਇਆ ਹੀ ਨਹੀਂ, ਨਾ ਇਸ ਬਜਟ ਦੇ ਵਿੱਚ ਇਹੋ ਜਿਹਾ ਕੋਈ ਸੰਕੇਤ ਹੈ ਕਿ ਇਹਦੇ ਨਾਲ ਗੌਰਮੈਂਟ ਹੁਣ ਕਿਤੇ ਇਹੋ ਜਿਹਾ ਚੀਜ਼ਾਂ 'ਚ ਕਰ ਰਹੀ ਹੈ ਪੈਸਾ ਇਨਵੈਸਟ। ਔਰ ਬੜੇ ਵੱਡੇ ਪੱਧਰ 'ਤੇ ਜਿਹੜਾ ਪੇਂਡੂ ਖੇਤਰ ਹੈ ਤੇ ਸ਼ਹਿਰੀ ਗਰੀਬ ਹੈ, ਔਰ ਕਈ ਦਿਨਾਂ ਤੋਂ ਅਰਥ ਸ਼ਾਸਤਰੀ ਲਿਖ ਰਹੇ ਨੇ ਕਿ ਪਿੰਡ ਦੇ ਵਿੱਚ ਤਾਂ ਨਰੇਗਾ ਹੈ, ਸ਼ਹਿਰਾਂ ਦੇ ਵਿੱਚ ਵੀ ਬਲਕਿ ਹੁਣ ਨਰੇਗਾ ਵਰਗੀ ਸਕੀਮ ਦੀ ਲੋੜ ਹੈ। ਜਿੱਥੇ ਲੋਕਾਂ ਨੂੰ ਨਹੀਂ ਰੁਜ਼ਗਾਰ ਮਿਲ ਰਿਹਾ, ਉਹਨਾਂ ਨੂੰ ਘੱਟੋ ਘੱਟ ਇਹੋ ਜਿਹੀ 100 ਦਿਨ ਦੀ 200 ਦਿਨ ਦੀ ਰੁਜ਼ਗਾਰ ਦੀ ਗਰੰਟੀ ਦਾ ਕੋਈ ਸਿਸਟਮ ਲਿਆਉਣ ਦੀ ਲੋੜ ਹੈ। ਪਰ ਮੈਨੂੰ ਤਾਂ ਲੱਗਦਾ ਸ਼ਹਿਰਾਂ 'ਚ ਤਾਂ ਉਹ ਕੀ 100 ਦਿਨ ਦੀ 200 ਦੀ ਗਰੰਟੀ ਲਿਆਉਣੀ ਆ, ਉਹ ਤਾਂ ਪਿੰਡਾਂ ਵਾਲੀ ਨਰੇਗਾ ਦੀ ਲੋੜ ਵੀ ਨਹੀਂ ਪੂਰੀ ਕਰ ਰਹੇ। ਉਹਦੀ ਉਹ ਲੋੜ ਪੂਰੀ ਹੋ ਨਹੀਂ ਹੋ ਰਹੀ ਜਿੰਨੀ ਡਿਮਾਂਡ ਐਤਕੀ ਪੈਦਾ ਹੋਈ। ਖੇਤੀਬਾੜੀ ਮਿਨਿਸਟਰੀ ਨੇ ਲਿਖ ਕੇ ਭੇਜਿਆ ਵੀ ਘੱਟੋ ਘੱਟ 18% ਤਾਂ ਬਜਟ ਇਹਦਾ ਵਧਾਓ ਉਦੋਂ ਜ਼ਿਆਦਾ ਜਿੰਨਾ ਟੋਟਲ ਹੁਣ ਤੱਕ ਦਾ, ਔਰ ਉਹ ਵੀ ਤੁਸੀਂ ਪੂਰਾ ਨਹੀਂ ਕਰ ਰਹੇ ਹੋ। ਤਾਂ ਫਿਰ ਇਹਦਾ ਮਤਲਬ ਲੋਕਾਂ ਦੇ ਰੁਜ਼ਗਾਰ ਕਿੱਥੇ ਜਾਏਗਾ? ਸਧਾਰਨ ਬੰਦਾ ਕੀ ਕਰੇਗਾ ਉਸ ਮਾਮਲੇ ਦੇ ਵਿੱਚ? ਇਸ ਲਈ ਇਹਦੀ ਚਿੰਤਾ ਨਹੀਂ ਕੀਤੀ ਗਈ। ਚਿੰਤਾ ਅਜੇ ਵੀ ਬਾਹੋਦਾਹੀ ਜਿਹੜੀ ਮੋਦੀ ਸਰਕਾਰ ਕਾਰਪੋਰੇਟ ਵੱਲ ਭੱਜੀ ਜਾ ਰਹੀ ਹੈ।
ਤੇ ਇਹ ਖਤਰਨਾਕ ਟ੍ਰੈਂਡ ਹੈ ਸਾਡੇ ਵਰਗੇ ਦੇਸ਼ 'ਚ, ਜਿੱਥੇ 67% ਲੋਕਾਂ ਨੂੰ ਅਜੇ ਵੀ ਸਸਤੇ ਰਾਸ਼ਨ ਦੀ ਉਮੀਦ ਹੈ ਤੇ ਉਸ ਲੈਵਲ ਤੇ ਚੱਲੇ, ਜਿੱਥੇ 20 ਰੁਪਏ ਤੋਂ ਘੱਟ ਤੇ 77% ਲੋਕ ਗੁਜ਼ਾਰਾ ਕਰਦੇ ਨੇ ਅੱਜ ਵੀ ਦੇਸ਼ ਦੇ, ਡੇਲੀ 20 ਰੁਪਏ ਤੋਂ ਵੀ ਘੱਟ। ਔਰ ਇਹੋ ਜਿਹੀ ਮਹਿੰਗਾਈ 'ਚ ਕੋਈ ਵੀ ਬੰਦਾ ਅੰਦਾਜ਼ਾ ਲਾ ਕੇ ਦੇਖੇ 20 ਰੁਪਏ ਦਾ ਕੀ ਆਉਂਦਾ ਤੇ 20 ਰੁਪਏ 'ਚ ਕੀ ਹੁੰਦਾ। ਤੇ ਜੇ ਅਜੇ ਵੀ ਉਹ ਚੀਜ਼ਾਂ ਨਹੀਂ ਸਾਡੇ ਸਿਆਸਤਦਾਨ ਨੂੰ ਟੁੰਬ ਰਹੀਆਂ, ਜਾਂ ਤਾਂ ਫਿਰ ਸਿਆਸਤਦਾਨ ਹਾਈਜੈਕ ਹੋ ਗਿਆ ਕਿ ਟੋਟਲੀ ਤੁਸੀਂ ਦੇਖੋ ਕਿ ਖੁਸ਼ ਕੌਣ ਹੁੰਦਾ, ਖੁਸ਼ ਕਾਰਪੋਰੇਟ ਹੋ ਰਿਹਾ ਹੈ, ਸੈਂਸਸ ਵੱਧ ਰਿਹਾ ਹੈ, ਟੋਟਲ ਉੱਪਰ ਜਾ ਰਿਹਾ ਹੈ, ਕੈਪੀਟਲਿਸਟ ਕਹਿ ਰਿਹਾ ਬਿਲਕੁਲ ਠੀਕ ਹੈ, ਤਾਂ ਆਟੋਮੈਟਿਕਲੀ ਜਿਹਦੇ ਘਰ ਖੁਸ਼ੀ ਹੈ ਤੇ ਉਹਦੇ ਫੇਵਰ 'ਚ ਬਜਟ ਹੈ, ਜਿਹਦੇ ਘਰ ਬੇਰੁਖੀ ਹੈ ਤੇ ਉਹੀ ਹੈ ਕਿ ਸਾਡਾ ਤਾਂ ਮਾਯੂਸੀ ਹੈ ਤੇ ਉਹਦੇ ਬਜਟ ਨਹੀਂ ਹੈ। ਔਰ ਇਸੇ ਬਜਟ ਦੇ ਵਿੱਚ ਇਹ ਦਿਖਾ ਦਿੰਦਾ, ਤੁਸੀਂ ਦੇਖੋ ਕਿ ਕਿਸਾਨ ਗੱਲ ਨਾ ਕਰਨ ਇਹਦੇ ਤੇ 2 ਫਰਵਰੀ ਤੱਕ ਸਾਰੇ ਬਾਰਡਰ ਤੇ ਜਿੱਥੇ ਫਾਰਮਰ ਬੈਠੇ ਨੇ ਇੰਟਰਨੈਟ ਸੇਵਾ ਬੰਦ ਕਰ ਰੱਖੀ। ਤੇ ਤੁਸੀਂ ਇਸ ਆਜ਼ਾਦ ਦੇਸ਼ ਦੀ ਗੱਲ ਕਰਦੇ ਆਪਾਂ ਕਿ ਜੇ ਕੋਈ ਜਮਹੂਰੀ ਦੇਸ਼ ਹੈ, ਘੱਟੋ ਘੱਟ ਉਹਨਾਂ ਨੂੰ ਸੁਣਨ ਦਿਓ, ਉਹਨਾਂ ਨੂੰ ਦੇਖਣ ਦਿਓ, ਉਹਨਾਂ ਨੂੰ ਆਪਣੀ ਪ੍ਰਤੀਕਿਰਿਆ ਦੇਣ ਦਿਓ। ਤੇ ਇਹ ਤਾਂ ਫੰਡਾਮੈਂਟਲ ਚੀਜ਼ਾਂ ਨੇ, ਉਹਨਾਂ ਦੇ ਤੱਕ ਸੂਚਨਾ ਠੀਕ ਪਹੁੰਚੇ। ਤੁਸੀਂ ਬਜਟ ਕਰਕੇ ਜੇ ਰੌਲਾ ਨਾ ਪਵੇ, ਇਹ ਨਾ ਹੋਵੇ ਤੁਸੀਂ ਉਹੀ ਚੱਕ ਕੇ ਉਹ ਵੀ ਅਜੇ ਤੱਕ ਵੀ ਬੰਦ ਕਰ ਰੱਖਿਆ। ਇਹ ਤਰੀਕਾਕਾਰ ਹੈ ਜਿਹੜਾ ਸਾਰਾ ਮਿਲ ਕੇ ਅਜੇ ਤੱਕ, ਜਿਵੇਂ ਕਹਿੰਦੇ ਨੇ ਕਿ ਉਹ ਲਪੋਟ ਸੰਖ ਵਾਲਾ ਹਾਲ ਹੈ ਬਾਕੀ ਗਰੀਬ ਜਨਤਾ ਲਈ। ਤਾਂ ਪੰਜਾਬੀ 'ਚ ਕਿਹਾ ਜਾਂਦਾ ਕਿ ਕਿਸੇ ਨੂੰ ਲਪੋਟ ਸੰਖ ਨੇ ਕਿਹਾ ਕਿ ਜੇ ਮੰਗੋ ਕੀ ਮੰਗਦੇ ਹੋ, ਤੁਹਾਡੀਆਂ ਸੇਵਾ ਤੋਂ ਅਸੀਂ ਖੁਸ਼ ਹਾਂ। ਉਹ ਕਹਿੰਦਾ ਜੀ 5 ਲੱਖ ਦੀ ਮੇਰੀ ਜ਼ਰੂਰਤ ਹੈ। ਕਹਿੰਦਾ 5 ਨਹੀਂ ਤੂੰ 10 ਲੈ। ਕਹਿੰਦਾ ਚੱਲ 10 ਦੇ ਦੇ। ਕਹਿੰਦਾ ਤੂੰ 10 ਨਹੀਂ 15 ਲੈ। ਕਹਿੰਦਾ 15 ਦੇ ਦੇ। ਕਹਿੰਦਾ 20 ਲੈ। ਕਹਿੰਦਾ ਦੇਵੇਂਗਾ ਵੀ ਕੁਛ। ਕਹਿੰਦਾ ਲੈਣ ਦੇਣ ਨੂੰ ਕੁਝ ਨਹੀਂ, ਤੂੰ ਮੰਗ ਜਿੰਨੇ ਕਹਾ ਜਿੰਨੇ ਮਰਜ਼ੀ ਲਓ। ਤੇ ਇਸ ਲਈ ਦੁੱਗਣੀ ਆਮਦਨ ਕਿਸਾਨਾਂ ਦੀ ਕਹਾ ਲਓ ਜਿਵੇਂ ਮਰਜ਼ੀ, ਬਾਰੇ ਨਾਰੇ ਕਰ ਦਾਂਗੇ, ਗਰੀਬ ਦਾ ਮਾਵਾ, ਗਰੀਬ ਯੋਜਨਾ, ਗਰੀਬਾਂ ਦੇ ਪੱਖ 'ਚ ਜੇ ਉਹ ਕਹਿਣ ਦੀਆਂ ਗੱਲਾਂ ਨੇ। ਬੁਨਿਆਦੀ ਸਟਰਕਚਰ ਤੁਹਾਡਾ ਉਹਦੇ ਖਿਲਾਫ ਜਾ ਰਿਹਾ, ਬੁਨਿਆਦੀ ਢਾਂਚਾ, ਬੁਨਿਆਦੀ ਪਾਲਿਸੀ ਉਹਦੇ ਖਿਲਾਫ ਜਾ ਰਹੀ ਹੈ। ਇਸ ਕਰਕੇ ਇਸ ਬਜਟ ਨੇ ਨਾ ਉਮੀਦ ਕੀਤਾ ਬਹੁਤ ਵੱਡੇ ਸੈਕਸ਼ਨ ਨੂੰ, ਤੇ ਕੋਈ ਸੁਧਾਰ ਦੀ, ਕੋਈ ਇੰਪਰੂਵਮੈਂਟ ਦੀ, ਉਹਨਾਂ ਦੀ ਹਾਲਤ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਦਾ ਸਵਾਲ ਨਹੀਂ। ਇੰਨੇ ਪੈਸੇ ਗਿਣਾ ਦੇਣੇ, ਇੰਨੇ ਲੱਖ ਕਰੋੜ, ਇੰਨੇ ਲੱਖ ਕਰੋੜ। ਉਹ ਕਰੋੜ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ, ਲੋਕਾਂ ਦਾ ਢਿੱਡ ਆਪਣੇ ਰੁਜ਼ਗਾਰ ਨਾਲ ਭਰਨਾ ਹੈ, ਜ਼ਿੰਦਗੀ ਨਾਲ ਭਰਨਾ ਹੈ। ਜ਼ਿੰਦਗੀ ਦੇ ਵਿੱਚ ਉਹਨਾਂ ਦੀ ਵਿੱਚ ਕੀ ਤਬਦੀਲੀ ਆ ਰਹੀ ਹੈ, ਉਹਦੇ ਨਾਲ ਲੋਕ ਦੇਖਣਗੇ। ਇਹਨੇ ਜ਼ਿੰਦਗੀ ਨੂੰ ਮਾਯੂਸ ਕਰਨਾ ਲੋਕਾਂ ਦੀ ਨੂੰ ਹੋਰ, ਤੇ ਤਬਦੀਲੀ ਉਸ ਲੈਵਲ ਤੇ ਨਹੀਂ ਆਉਣ ਦੇ ਕੋਈ ਚਾਂਸ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਨੂੰ ਸਾਂਝੇ ਕਰਦੇ ਦੱਸਿਆ ਵੀ ਕੇਂਦਰ ਸਰਕਾਰ ਵੱਲੋਂ ਜਿੱਥੇ ਪਹਿਲਾਂ ਕਾਨੂੰਨ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਤਿਆਰ ਕੀਤੇ ਜਾ ਰਹੇ ਨੇ, ਉੱਥੇ ਇਸ ਵਾਰ ਬਜਟ ਵੀ ਜਿਹੜਾ ਹੈਗਾ ਇਸ 'ਚ ਕਾਰਪੋਰੇਟ ਘਰਾਣਿਆਂ ਵੱਲ ਹੀ ਵੱਧ ਝੁਕਾਅ ਰੱਖਿਆ ਗਿਆ। ਤੇ ਇਸ ਵਿੱਚ ਆਮ ਲੋਕਾਂ ਨੂੰ ਨਾ ਤਾਂ ਰੁਜ਼ਗਾਰ ਦੀ ਕੋਈ ਨਵੀਂ ਉਮੀਦ ਦਿਖਾਈ ਦੇ ਰਹੀ ਹੈ ਤੇ ਨਾ ਹੀ ਕੋਈ ਵਿਕਾਸ ਦੀ ਨਵੀਂ ਉਮੀਦ ਦਿਖਾਈ ਦੇ ਰਹੀ ਹੈ। ਬਾਕੀ ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।